ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਡਾਕਟਰ ਜਗਤਾਰ ਦੀ ਗਜ਼ਲ ਹਰ ਮੋੜ ਤੇ ਸਲੀਬਾਂ ਬਾਰੇ ਗੱਲਬਾਤ ਕਰਾਂਗੇ। ਡਾਕਟਰ ਜਗਤਾਰ ਦਾ ਜਨਮ 1935 ਈਸਵੀ ਨੂੰ ਪਿੰਡ ਰਾਜਗੋਮਾਲ, ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਡਾਕਟਰ ਜਗਤਾਰ ਪੰਜਾਬੀ ਦੇ ਇੱਕ ਸਿਰਕੱਢ ਕਵੀ ਸਨ। 1951-52 ਵਿੱਚ ਆਪ ਸਾਹਿਤਕ ਖੇਤਰ ਵਿੱਚ ਸ਼ਾਮਿਲ ਹੋਏ। ਪਹਿਲ ਆਪ ਨੇ ਉਰਦੂ ਕਵਿਤਾਵਾਂ ਅਤੇ ਕਹਾਣੀਆਂ ਲਿਖੀਆਂ। ਆਪ ਦੀ ਪਹਿਲੀ ਰਚਨਾ 1953 ਈਸਵੀ ਵਿੱਚ ਲੋਕ ਸਾਹਿਤ ਵਿੱਚ ਛਪੀ। ਆਪ ਨੇ ਸ਼ੁਰੂ ਵਿੱਚ ਜਗਤਾਰ ਪਪੀਹਾ ਦੇ ਨਾਂ ਹੇਠ ਕਵਿਤਾਵਾਂ ਲਿਖੀਆਂ, ਪਰ ਬਾਅਦ ਵਿੱਚ ਕੇਵਲ ਜਗਤਾਰ ਹੀ ਲਿਖਣ ਲੱਗ ਪਏ। ਡਾਕਟਰ ਜਗਤਾਰ ਉਰਦੂ ਤੋਂ ਬਿਨਾਂ ਹਿੰਦੀ, ਫਾਰਸੀ, ਅੰਗਰੇਜ਼ੀ ਅਤੇ ਸਿੰਧੀ ਦੇ ਵੀ ਮਾਹਰ ਸਨ। ਲੰਮਾ ਸਮਾਂ ਆਪ ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਪ੍ਰੋਫੈਸਰ ਲੱਗੇ ਰਹੇ। ਆਪ ਨੇ ਪੰਜਾਬੀ, ਉਰਦੂ ਅਤੇ ਫਾਰਸੀ ਵਿੱਚ MA ਕੀਤੀ। ਉਸ ਤੋਂ ਬਾਅਦ ਆਪ ਨੇ PhD ਦੀ ਡਿਗਰੀ ਪ੍ਰਾਪਤ ਕੀਤੀ। ਪਾਕਿਸਤਾਨੀ ਪੰਜਾਬੀ ਕਵਿਤਾ ਬਾਰੇ PhD ਕਰਨ ਤੋਂ ਪਹਿਲਾਂ ਆਪ ਨੇ ਦੋਹਾਂ ਪੰਜਾਬਾਂ ਦੇ ਸਾਹਿਤ ਦੇ ਆਦਾਨ ਪ੍ਰਦਾਨ ਵਿੱਚ ਸ਼ਲਾਘਾਯੋਗ ਕੰਮ ਕੀਤਾ। ਆਪ ਨੂੰ ਸਾਹਿਤ ਸਮੀਖਿਆ ਬੋਰਡ, ਸਾਹਿਤ ਟਰੱਸਟ ਢੁੰਡੀਕੇ, ਪੰਜਾਬ ਸਾਹਿਤ ਅਕਾਦਮੀ ਦੇ ਇਨਾਮਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਕਵੀ ਅਤੇ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਕਾਵਿ ਸੰਗ੍ਰਹਿ ਜੁਗਨੂ ਦੀਵਾ ਤੇ ਦਰਿਆ ਲਈ ਪ੍ਰਾਪਤ ਹੋਇਆ। ਆਪ ਨੇ ਅਨੁਵਾਦ, ਆਲੋਚਨਾ, ਸੰਪਾਦਨ ਦੇ ਖੇਤਰ ਵਿੱਚ ਵੀ ਜ਼ਿਕਰਯੋਗ ਕੰਮ ਕੀਤਾ। ਪੁਰਾਤਨ ਸਿੱਕਿਆਂ, ਮੰਦਿਰਾਂ ਆਦਿ ਬਾਰੇ ਖੋਜ ਕਰਨ, ਯਾਤਰਾਵਾਂ ਕਰਨ ਅਤੇ ਫੋਟੋਗ੍ਰਾਫੀ ਆਪ ਦੇ ਸ਼ੌਂਕ ਸਨ। 30 ਮਾਰਚ 2010 ਈਸਵੀ ਨੂੰ ਆਪ ਜੀ ਦਾ ਦੇਹਾਂਤ ਹੋ ਗਿਆ। ਡਾਕਟਰ ਜਗਤਾਰ ਜੀ ਦੀਆਂ ਕਾਵਿ ਪੁਸਤਕਾਂ ਹਨ ਰੁੱਤਾਂ ਰੰਗਲੀਆਂ, ਤਲਖੀਆਂ ਰੰਗੀਆਂ, ਦੁੱਧ ਪੱਥਰੀ, ਅਧੂਰਾ ਆਦਮੀ, ਲਹੂ ਦੇ ਨਕਸ਼, ਛਾਂਗਿਆ ਰੁੱਖ, ਸ਼ੀਸ਼ੇ ਦਾ ਜੰਗਲ, ਜੰਜੀਰਿਆਂ ਵਿੱਚ ਘਿਰਿਆ ਸਮੁੰਦਰ, ਚੁਨੁਕਰੀ ਸ਼ਾਮ, ਜੁਗਨੂ ਦੀਵਾ ਅਤੇ ਦਰਿਆ। ਡਾਕਟਰ ਜਗਤਾਰ ਬੇਸ਼ੱਕ ਉਰਦੂ ਦੇ ਕਵੀ ਸਨ, ਪਰ ਆਪ ਨੇ ਪੰਜਾਬੀ ਵੱਲ ਆ ਕੇ ਇਸ ਵੱਲੋਂ ਮੁੱਖ ਨਹੀਂ ਮੋੜਿਆ। ਪਾਕਿਸਤਾਨ ਵਿੱਚ ਆਪ ਦੀਆਂ 94ਵੀਆਂ ਕਵਿਤਾਵਾਂ ਦਾ ਸੰਗ੍ਰਹਿ ਕਹਿਕਸ਼ਾਂ ਸਿਰਲੇਖ ਹੇਠ ਛਪਿਆ, ਜਿਸ ਨੂੰ ਸਾਹਿਤ ਪ੍ਰੇਮੀਆਂ ਨੇ ਬਹੁਤ ਸਲਾਹਿਆ। ਆਪ ਨੇ ਪਾਕਿਸਤਾਨੀ ਕਿਰਤਾਂ ਨੂੰ ਗੁਰਮੁਖੀ ਵਿੱਚ ਲਿਪੀਅੰਤਰ ਵੀ ਕੀਤਾ। ਆਪ ਨੇ ਕੁਝ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਵੀ ਕੀਤੇ ਹਨ। ਡਾਕਟਰ ਜਗਤਾਰ ਦੀ ਕਵਿਤਾ ਦੇ ਵਿਸ਼ੇ ਰੋਮਾਂਸ ਅਤੇ ਜੀਵਨ ਦੀਆਂ ਤਲਖ ਹਕੀਕਤਾਂ ਹਨ। ਆਪ ਦੀ ਕਵਿਤਾ ਵਿੱਚ ਸੰਗਰਾਮੀ ਚੇਤਨਤਾ ਹੈ। ਆਪ ਨੇ ਆਧੁਨਿਕ ਜੀਵਨ ਵਿੱਚ ਫੈਲੇ ਪਾਖੰਡ ਦੇ ਵਿਰੁੱਧ ਖੂਬ ਕਲਮ ਚਲਾਈ ਹੈ। ਡਾਕਟਰ ਜਗਤਾਰ ਨੇ ਆਪਣੀ ਪਛਾਣ ਮੁੱਖ ਤੌਰ 'ਤੇ ਗਜ਼ਲਕਾਰ ਦੇ ਤੌਰ 'ਤੇ ਕਾਇਮ ਕੀਤੀ ਹੈ।
ਪੰਜਾਬੀ ਗਜ਼ਲ ਦਾ ਵਿਸ਼ੇ ਖੇਤਰ ਵਿਸ਼ਾਲ ਕਰਨ ਵਿੱਚ ਅਤੇ ਉਸ ਦਾ ਰੂਪ ਨਿਖਾਰਨ ਵਿੱਚ ਡਾਕਟਰ ਜਗਤਾਰ ਦਾ ਵਿਸ਼ੇਸ਼ ਯੋਗਦਾਨ ਹੈ। ਉਰਦੂ ਸਾਹਿਤ ਦਾ ਅਧਿਐਨ ਆਪ ਦੀ ਗਜ਼ਲ ਦਾ ਮੁਹਾਂਦਰਾ ਕਰਨ ਵਿੱਚ ਮਦਦਗਾਰ ਸਾਬਿਤ ਹੋਇਆ ਹੈ। ਆਪ ਦਾ ਡੂੰਘਾ ਅਧਿਐਨ ਅਤੇ ਵਿਸ਼ਾਲ ਗਿਆਨ ਆਪ ਦੀ ਕਵਿਤਾ ਨੂੰ ਗਹਿਰਾਈ ਬਖਸ਼ਣ ਵਾਲਾ ਮੁੱਖ ਸਰੋਤ ਹੈ। ਗੰਭੀਰ ਵਿਚਾਰ ਅਤੇ ਬਿੰਬ ਸਿਰਜਣਾ ਦੀ ਵਿਲੱਖਣਤਾ ਆਪ ਦੀ ਕਵਿਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਗਿਆਰਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਵਿੱਚ ਡਾਕਟਰ ਜਗਤਾਰ ਦੀ ਸ਼ਾਮਿਲ ਗਜ਼ਲ ਦਾ ਨਾਂ ਹੈ ਹਰ ਮੋੜ ਤੇ ਸਲੀਬਾਂ। ਇਸ ਗਜ਼ਲ ਵਿੱਚ ਡਾਕਟਰ ਜਗਤਾਰ ਨੇ ਜ਼ਿੰਦਗੀ ਨੂੰ ਦਰਪੇਸ਼ ਔਕੜਾਂ ਦਾ ਹਿੰਮਤ ਅਤੇ ਦ੍ਰਿੜਤਾ ਨਾਲ ਸਾਹਮਣਾ ਕਰਨ ਦੀ ਪ੍ਰੇਰਨਾ ਦਿੱਤੀ ਹੈ। ਇਹ ਇੱਕ ਇਨਕਲਾਬੀ ਭਾਵਾਂ ਨਾਲ ਭਰੀ ਹੋਈ ਗਜ਼ਲ ਹੈ ਅਤੇ ਕ੍ਰਾਂਤੀ ਨੂੰ ਸੰਬੋਧਿਤ ਹੈ। ਗਜ਼ਲ ਹੈ, ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ, ਪੱਥਰ ਤੇ ਨਕਸ਼ ਹਾਂ ਮੈਂ, ਮਿੱਟੀ ਤੇ ਤਾਂ ਨਹੀਂ ਹਾਂ, ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੂੰਘੇਰਾ, ਕਿੰਨੀ ਕੁ ਦੇਰ ਆਖਰ ਧਰਤੀ ਹਨੇਰ ਜਰਦੀ, ਕਿੰਨੀ ਕੁ ਦੇਰ ਰਹਿੰਦਾ ਖਾਮੋਸ਼ ਖੂਨ ਮੇਰਾ। ਸਲੀਬਾਂ ਸ਼ਬਦ ਦਾ ਅਰਥ ਹੈ ਸੂਲੀਆਂ। ਜੇਰਾ ਸ਼ਬਦ ਦਾ ਅਰਥ ਹੈ ਜਿਗਰਾ ਜਾਂ ਹੌਸਲਾ। ਨਕਸ਼ ਸ਼ਬਦ ਦਾ ਅਰਥ ਹੈ ਨਿਸ਼ਾਨ। ਜਰਦੀ ਸ਼ਬਦ ਦਾ ਅਰਥ ਹੈ ਸਹਿੰਦੀ। ਖਾਮੋਸ਼ ਸ਼ਬਦ ਦਾ ਅਰਥ ਹੈ ਚੁੱਪ। ਡਾਕਟਰ ਜਗਤਾਰ ਕਹਿੰਦੇ ਹਨ ਕਿ ਹੇ ਕ੍ਰਾਂਤੀ, ਤੇਰੀ ਪ੍ਰਾਪਤੀ ਦੇ ਰਾਹ 'ਤੇ ਤੁਰਦਿਆਂ ਸਾਡੇ ਕਦਮ ਕਦਮ 'ਤੇ ਸੂਲੀਆਂ ਆਈਆਂ ਹਨ ਅਤੇ ਹਰ ਕਦਮ 'ਤੇ ਜਬਰ ਜ਼ੁਲਮ ਦੇ ਹਨੇਰੇ ਆਏ ਹਨ, ਪਰ ਸਾਡਾ ਹੌਸਲਾ ਦੇਖੋ ਕਿ ਅਸੀਂ ਫਿਰ ਵੀ ਨਹੀਂ ਰੁਕੇ। ਹੇ ਕ੍ਰਾਂਤੀ, ਮੈਂ ਤਾਂ ਪੱਥਰ ਉੱਤੇ ਉਕਰਿਆ ਹੋਇਆ ਨਕਸ਼ ਹਾਂ, ਰੇਤ ਉੱਪਰ ਨਹੀਂ। ਮੈਨੂੰ ਜਿਉਂ-ਜਿਉਂ ਵੀ ਕਿਸੇ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਨਕਸ਼ ਹੋਰ ਡੂੰਘੇਰਾ ਹੁੰਦਾ ਗਿਆ ਹੈ ਅਤੇ ਮਿਟਿਆ ਨਹੀਂ। ਆਖਰ ਧਰਤੀ ਦੇ ਲੋਕ ਕਿੰਨਾ ਕੁ ਚਿਰ ਚੁੱਪ ਕਰਕੇ ਵਧੀਕੀਆਂ ਸਹਿ ਸਕਦੇ ਸਨ। ਮੇਰਾ ਖੂਨ ਜ਼ਿਆਦਤੀਆਂ ਨੂੰ ਕਿੰਨਾ ਕੁ ਚਿਰ ਚੁੱਪ ਕਰਕੇ ਸਹਿ ਸਕਦਾ ਹੈ। ਅਰਥਾਤ ਮੈਂ ਬਹੁਤੀ ਦੇਰ ਵਧੀਕੀ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ। ਇਸੇ ਕਰਕੇ ਮੈਂ ਕ੍ਰਾਂਤੀਕਾਰੀ ਰਾਹ ਨੂੰ ਚੁਣ ਲਿਆ ਹੈ। ਇਤਿਹਾਸ ਦੇ ਸਫ਼ੇ ਤੇ ਵਕਤ ਦੇ ਪਰਾਂ ਤੇ ਉਂਗਲਾਂ ਡੁਬੋ ਲਹੂ ਵਿੱਚ ਲਿਖਿਆ ਹੈ ਨਾਮ ਤੇਰਾ। ਹਰ ਕਾਲ ਕੋਠੜੀ ਵਿੱਚ ਤੇਰਾ ਹੈ ਜ਼ਿਕਰ ਏਦਾਂ, ਗਾਰਾਂ 'ਚ ਚਾਂਦਨੀ ਦਾ ਹੋਵੇ ਜਿਵੇਂ ਬਸੇਰਾ। ਆ ਕੇ ਯਾਦ ਤੇਰੀ ਜੰਗਲ ਗਮਾਂ ਦਾ ਚੀਰੇ, ਜੁਗਨੂ ਹੈ ਚੀਰ ਜਾਂਦਾ ਜਿਉਂ ਰਾਤ ਦਾ ਹਨੇਰਾ। ਸਫ਼ੇ ਸ਼ਬਦ ਦਾ ਅਰਥ ਹੈ ਪੰਨੇ। ਗਮਾਂ ਸ਼ਬਦ ਦਾ ਅਰਥ ਹੈ ਦੁੱਖਾਂ। ਡਾਕਟਰ ਜਗਤਾਰ ਜੀ ਕ੍ਰਾਂਤੀ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਹਨ ਕਿ ਹੇ ਕ੍ਰਾਂਤੀ, ਅਸੀਂ ਕੁਰਬਾਨੀਆਂ ਕਰ ਕਰਕੇ ਇਤਿਹਾਸ ਦੇ ਸਫ਼ੇ ਉੱਤੇ ਅਤੇ ਸਮੇਂ ਦੇ ਖੰਭਾਂ ਉੱਤੇ ਆਪਣੇ ਖੂਨ ਵਿੱਚ ਉਂਗਲਾਂ ਡੋਬ ਕੇ ਤੇਰਾ ਨਾਂ ਲਿਖਿਆ ਹੈ। ਅਰਥਾਤ ਕ੍ਰਾਂਤੀ ਦੀ ਪ੍ਰਾਪਤੀ ਕੁਰਬਾਨੀ ਦੇ ਪੁਤਲੇ ਇਨਕਲਾਬੀਆਂ ਦੇ ਲਹੂ ਨਾਲ ਹੋਈ ਹੈ। ਹੇ ਕ੍ਰਾਂਤੀ, ਜੇਲ੍ਹਾਂ ਦੀ ਕਾਲ ਕੋਠੜੀ ਵਿੱਚ ਜਿੱਥੇ ਵੀ ਇਨਕਲਾਬੀ ਕੈਦਾਂ ਭੁਗਤ ਰਹੇ ਹਨ, ਉਹ ਤੇਰੀਆਂ ਹੀ ਗੱਲਾਂ ਕਰ ਰਹੇ ਹਨ।
ਉਹ ਚਾਹੁੰਦੇ ਹਨ ਕਿ ਗਰੀਬਾਂ ਦੀਆਂ ਝੁੱਗੀਆਂ ਵਿੱਚ ਵੀ ਚਾਨਣ ਦਾ ਬਸੇਰਾ ਹੋਵੇ, ਅਰਥਾਤ ਉਹ ਵੀ ਖੁਸ਼ਹਾਲ ਹੋਣ। ਹੇ ਕ੍ਰਾਂਤੀ, ਦੁੱਖਾਂ ਤੇ ਤੰਗੀਆਂ ਵਿੱਚ ਪਏ ਇਨਕਲਾਬੀਆਂ ਨੂੰ ਤੇਰੀ ਯਾਦ ਆ ਕੇ ਉਹਨਾਂ ਦੇ ਗਮਾਂ ਦੇ ਜੰਗਲ ਨੂੰ ਇਸ ਤਰ੍ਹਾਂ ਚੀਰ ਦਿੰਦੀ ਹੈ ਜਿਸ ਤਰ੍ਹਾਂ ਜੁਗਨੂ ਰਾਤ ਦੇ ਹਨੇਰੇ ਨੂੰ ਚੀਰ ਦਿੰਦਾ ਹੈ। ਪੈਰਾਂ 'ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ, ਕਿਉਂ ਵੇਖ ਵੇਖ ਉੱਡਦਾ ਚਿਹਰੇ ਦਾ ਰੰਗ ਤੇਰਾ। ਮੇਰੇ ਵੀ ਪੈਰ ਚੁੰਮ ਕੇ ਇੱਕ ਦਿਨ ਕਹੇਗੀ ਬੇੜੀ, ਸਦ ਸ਼ੁਕਰ ਹੈ ਕਿ ਆਇਆ ਮਹਿਬੂਬ ਅੰਤ ਮੇਰਾ। ਮਹਿਬੂਬ ਸ਼ਬਦ ਦਾ ਅਰਥ ਹੈ ਪ੍ਰੇਮੀ। ਡਾਕਟਰ ਜਗਤਾਰ ਜੀ ਕਹਿੰਦੇ ਹਨ ਕਿ ਕ੍ਰਾਂਤੀਕਾਰੀ ਲੋਕ ਭਾਵੇਂ ਬੇੜੀਆਂ ਵਿੱਚ ਜਕੜੇ ਹੋਏ ਹਨ, ਪਰੰਤੂ ਉਹ ਫਿਰ ਵੀ ਨੱਚ ਰਹੇ ਹਨ। ਉਹਨਾਂ ਦੇ ਮਨਾਂ ਵਿੱਚ ਜਰਾ ਉਦਾਸੀ ਨਹੀਂ। ਹੇ ਕਮਜ਼ੋਰ ਦਿਲ ਵਾਲੇ ਵਿਅਕਤੀ, ਉਹਨਾਂ ਦੀ ਹਾਲਤ ਦੇਖ ਕੇ ਤੇਰੇ ਚਿਹਰੇ ਦਾ ਰੰਗ ਕਿਉਂ ਉੱਡ ਰਿਹਾ ਹੈ? ਹੇ ਕ੍ਰਾਂਤੀ, ਮੈਂ ਤੇਰੇ ਰਾਹ 'ਤੇ ਚੱਲ ਰਿਹਾ ਹਾਂ। ਇੱਕ ਦਿਨ ਮੇਰੇ ਪੈਰਾਂ ਨੂੰ ਵੀ ਪੁਲਿਸ ਦੀ ਬੇੜੀ ਚੁੰਮੇਗੀ ਅਤੇ ਕਹੇਗੀ, ਪਰਮਾਤਮਾ ਦਾ ਬੜਾ ਸ਼ੁਕਰ ਹੈ ਕਿ ਅੰਤ ਮੇਰਾ ਮਹਿਬੂਬ ਆ ਗਿਆ ਹੈ। ਭਾਵ ਉਹ ਜਾਣਦਾ ਹੈ ਕਿ ਕ੍ਰਾਂਤੀ ਦੇ ਰਾਹ ਉੱਤੇ ਚੱਲਦਿਆਂ ਇੱਕ ਦਿਨ ਪੁਲਿਸ ਦੀ ਬੇੜੀ ਉਸ ਦੇ ਵੀ ਪੈਰ ਚੁੰਮੇਗੀ ਅਤੇ ਆਪਣੇ ਮਹਿਬੂਬ ਨੂੰ ਮਿਲ ਕੇ ਪਰਮਾਤਮਾ ਦਾ ਸ਼ੁਕਰ ਕਰੇਗੀ। ਇਹ ਸੀ ਡਾਕਟਰ ਜਗਤਾਰ ਦੀ ਗਜ਼ਲ ਹਰ ਮੋੜ 'ਤੇ ਸਲੀਬਾਂ। ਇਸ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਕ੍ਰਾਂਤੀ ਦਾ ਰਾਹ ਕੁਰਬਾਨੀ ਭਰਿਆ ਹੈ, ਪਰੰਤੂ ਕ੍ਰਾਂਤੀਕਾਰੀ ਮੁਸ਼ਕਲਾਂ ਤੋਂ ਨਹੀਂ ਘਬਰਾਉਂਦੇ ਅਤੇ ਆਸ਼ਾਵਾਦੀ ਰਹਿੰਦੇ ਹਨ। ਇਹ ਸੀ ਡਾਕਟਰ ਜਗਤਾਰ ਦੀ ਲਿਖੀ ਹੋਈ ਇਨਕਲਾਬੀ ਭਾਵਾਂ ਨਾਲ ਭਰੀ ਹੋਈ ਅਤੇ ਕ੍ਰਾਂਤੀ ਨੂੰ ਸੰਬੋਧਿਤ ਗਜ਼ਲ ਹਰ ਮੋੜ 'ਤੇ ਸਲੀਬਾਂ। ਇਸ ਕਵਿਤਾ ਵਿੱਚ ਕਵੀ ਨੇ ਮਨੁੱਖ ਨੂੰ ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਦਾ ਹਿੰਮਤ ਅਤੇ ਦ੍ਰਿੜਤਾ ਨਾਲ ਸਾਹਮਣਾ ਕਰਨ ਦੀ ਪ੍ਰੇਰਨਾ ਦਿੱਤੀ ਹੈ। ਧੰਨਵਾਦ।